ਔਰ ਹੁਣ ਅਸੀਂ ਗੱਲਬਾਤ ਕਰਦੇ ਹੈਗੇ ਆ ਮਹਾਰਾਸ਼ਟਰ ਦੀ ਸਿਆਸਤ ਦੀ। ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਬਹੁਤ ਕੁਝ ਇਸ ਸਮੇਂ ਬਦਲਦਾ ਨਜ਼ਰ ਆ ਰਿਹਾ ਹੈ। ਵੈਸੇ ਤੇ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਜੇ ਅਸੀਂ ਗੱਲ ਕਰੀਏ, ਸਭ ਤੋਂ ਬੜੇ ਕੱਦ ਦੇ ਨੇਤਾ ਹੈਗੇ ਨੇ ਸ਼ਰਦ ਪਵਾਰ। ਲੇਕਿਨ ਸ਼ਰਦ ਪਵਾਰ ਦੀ ਮੁਸ਼ਕਿਲਾਂ ਉਸ ਸਮੇਂ ਵੱਧ ਗਈਆਂ ਜਦੋਂ ਕਿ ਸ਼ਰਦ ਪਵਾਰ ਆਪਣੀ ਗੱਦੀ ਕਿਹਨੂੰ ਦੇਣ? ਕਿਆ ਆਪਣੀ ਲੜਕੀ ਨੂੰ ਗੱਦੀ ਦੇਣ ਜਾਂ ਫਿਰ ਭਤੀਜੇ ਨੂੰ ਗੱਦੀ ਦੇਣ? ਕਿਤੇ ਨਾ ਕਿਤੇ ਜਦੋਂ ਸ਼ਰਦ ਪਵਾਰ ਨੇ ਆਪਣੀ ਲੜਕੀ ਨੂੰ ਬਤੌਰ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ ਤੇ ਉਹਨਾਂ ਦੇ ਭਤੀਜੇ ਅਜੀਤ ਪਵਾਰ ਜਿਹੜੇ ਨੇ ਕਾਫੀ ਹੱਦ ਤੱਕ ਨਾਰਾਜ਼ ਸੀਗੇ। ਲੇਕਿਨ ਕਿਆ ਨਾਰਾਜ਼ਗੀ ਇਸ ਹੱਦ ਤੱਕ ਆ ਜਾਏਗੀ ਕਿ ਚਾਚਾ ਭਤੀਜਾ ਦੇ ਵਿੱਚ ਲੜਾਈ ਹੋ ਜਾਏਗੀ? ਮਾਮਲਾ ਕੁਝ ਇਸੇ ਤਰ੍ਹਾਂ ਹੁਣ ਨਜ਼ਰ ਆ ਰਿਹਾ ਹੈ। ਮਾਮਲਾ ਕੀ ਹੈ? ਮਾਮਲਾ ਇਹ ਹੈਗਾ ਹੈ ਕਿ NCP ਨੈਸ਼ਨਲ ਕਾਂਗਰਸ ਪਾਰਟੀ ਜਿਹਦੇ ਉੱਤੇ ਕਿ ਬੜੀ ਸਟਰੋਂਗ ਗ੍ਰਿਪ ਹੁਣ ਤੱਕ ਸ਼ਰਦ ਪਵਾਰ ਦੀ ਰਹੀ ਹੈ। ਥੋੜੀ ਬੈਕਗ੍ਰਾਉਂਡ ਵੀ ਤੁਹਾਨੂੰ ਇਸ ਪਾਰਟੀ ਦੀ ਜ਼ਰੂਰ ਦੇ ਦਈਏ। ਮਾਮਲਾ ਉਸ ਦੌਰ ਦਾ ਸੀਗਾ ਜਦੋਂ ਕਿ ਕਾਂਗਰਸ ਪਾਰਟੀ ਦੇ ਵਿੱਚ ਕੌਣ ਕਾਂਗਰਸ ਪਾਰਟੀ ਦੀ ਕਮਾਂਡ ਸੰਭਾਲੇਗਾ, ਇਹਦੇ ਉੱਤੇ ਬੜੇ ਸਵਾਲ ਖੜੇ ਕੀਤੇ ਜਾ ਰਹੇ ਸੀਗੇ ਰਾਜੀਵ ਗਾਂਧੀ ਹੋਣਾ ਤੋਂ ਬਾਅਦ। ਉਸ ਦੌਰ ਦੇ ਵਿੱਚ ਸੋਨੀਆ ਗਾਂਧੀ ਜਿਹੜੇ ਸੀਗੇ ਉਹ ਪਾਰਟੀ ਦੀ ਕਮਾਨ ਨੂੰ ਹੌਲੀ-ਹੌਲੀ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਲੇਕਿਨ ਸ਼ਰਦ ਪਵਾਰ ਹੋਣਾ ਨੇ ਵਿਦੇਸ਼ੀ ਬਹੂ ਦਾ ਨਾਰਾ ਲਗਾਉਂਦੇ ਹੋਏ ਆਪਣੀ ਇੱਕ ਅਲੱਗ ਪਾਰਟੀ ਨੈਸ਼ਨਲ ਕਾਂਗਰਸ ਪਾਰਟੀ ਬਣਾ ਲਈ। ਹਾਲਾਂਕਿ ਬਾਅਦ ਦੇ ਵਿੱਚ ਸ਼ਰਦ ਪਵਾਰ ਨੇ NCP ਤਾਂ ਜ਼ਰੂਰ ਬਣਾਈ ਔਰ ਬਾਅਦ ਦੇ ਵਿੱਚ ਉਸੇ ਕਾਂਗਰਸ ਪਾਰਟੀ ਨੂੰ ਸਮਰਥਨ ਵੀ ਦਿੱਤਾ ਔਰ ਜਿਸ ਵਿਦੇਸ਼ੀ ਬਹੂ ਸੋਨੀਆ ਗਾਂਧੀ ਹੋਣਾ ਦੇ ਖਿਲਾਫ ਉਹ ਗੱਲ ਕਰਦੇ ਰਹੇ, ਲੇਕਿਨ ਬਾਅਦ ਦੇ ਵਿੱਚ ਉਸੇ ਕਾਂਗਰਸ ਦੇ ਨਾਲ ਹੱਥ ਵੀ ਮਿਲਾ ਲਿਆ। ਲੇਕਿਨ ਅੱਜ ਲੱਗ ਰਿਹਾ ਹੈ ਕਿ NCP ਦੇ ਸਾਹਮਣੇ ਬਹੁਤ ਸਾਰੇ ਚੈਲੰਜਸ ਆ ਰਹੇ ਨੇ। ਯਾਦ ਰਹੇ ਕਿ NCP ਜਿੱਥੇ ਲਗਾਤਾਰ BJP ਔਰ ਸ਼ਿਵ ਸੈਨਾ ਦਾ ਵਿਰੋਧ ਕਰਦੀ ਰਹੀ, ਲੇਕਿਨ ਮਹਾਰਾਸ਼ਟਰ ਦੇ ਵਿੱਚ ਜਦੋਂ ਕਾਂਗਰਸ ਤੇ NCP ਦੋਨੋਂ ਮਿਲ ਕੇ ਵੀ ਸਰਕਾਰ ਨਹੀਂ ਬਣਾ ਸਕੇ ਤੇ ਕਾਂਗਰਸ ਔਰ NCP ਨੇ ਗਠਬੰਧਨ ਕੀਤਾ ਸ਼ਿਵ ਸੈਨਾ ਦੇ ਨਾਲ। ਉद्धਵ ਠਾਕਰੇ ਦੀ ਜੇ ਗੱਲ ਕਰੀਏ ਤੇ ਮਾਮਲਾ ਉੱਥੇ ਵੀ ਕੁਝ ਅਲੱਗ ਨਹੀਂ ਰਿਹਾ। ਯਾਦ ਰਹੇ ਕਿ ਬਾਲ ਠਾਕਰੇ ਸਾਹਿਬ ਤੋਂ ਬਾਅਦ ਉੱਥੇ ਵੀ ਚਾਚੇ ਭਤੀਜੇ 'ਚ ਚੰਗੀ ਲੜਾਈ ਹੋਈ, ਕਿਉਂਕਿ ਉੱਥੇ ਵੀ ਕੁਝ ਇਸੇ ਤਰ੍ਹਾਂ ਰਿਹਾ। ਬਾਲ ਠਾਕਰੇ ਮੰਨਿਆ ਜਾ ਰਿਹਾ ਸੀਗਾ ਕਿ ਉਹਨਾਂ ਤੋਂ ਬਾਅਦ ਉੱਤਰਾਧਿਕਾਰੀ ਹੋਣਗੇ ਉਹਨਾਂ ਦੇ ਭਤੀਜੇ ਰਾਜ ਠਾਕਰੇ ਜਿਨ੍ਹਾਂ ਦੇ ਕਿ ਬੜੇ ਤਿੱਖੇ ਸੁਰ ਸੀਗੇ ਔਰ ਰਾਜਨੀਤੀ ਦੇ ਵਿੱਚ ਉਹ ਆਪਣੇ ਗੁਰੂ ਬਾਲ ਠਾਕਰੇ ਸਾਹਿਬ ਤੋਂ ਬੜਾ ਕੁਝ ਸਿੱਖ ਰਹੇ ਸੀਗੇ। ਲੇਕਿਨ ਬਾਲ ਠਾਕਰੇ ਸਾਹਿਬ ਤੋਂ ਬਾਅਦ ਜਦੋਂ ਗੱਦੀ ਸ਼ਿਵ ਸੈਨਾ ਦੀ ਉद्धਵ ਠਾਕਰੇ ਨੂੰ ਮਿਲੀ ਤਾਂ ਉਸ ਸਮੇਂ ਵੀ ਰਾਜ ਠਾਕਰੇ ਔਰ ਉद्धਵ ਠਾਕਰੇ ਦੇ ਵਿੱਚ ਕਾਫੀ ਲੜਾਈ ਹੋਈ। ਲੇਕਿਨ ਬਾਅਦ ਦੇ ਵਿੱਚ ਉद्धਵ ਠਾਕਰੇ ਜਿਹੜੇ ਆ ਉਹ ਕਾਫੀ ਸਟਰੋਂਗ ਬਣ ਗਏ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਉद्धਵ ਠਾਕਰੇ ਜੋ ਕਿ BJP ਦੇ ਨਾਲ ਲਗਾਤਾਰ ਸਰਕਾਰ ਬਣਾਉਂਦੇ ਰਹੇ, ਲੇਕਿਨ ਜਦੋਂ BJP ਤੋਂ ਸਾਥ ਟੁੱਟਿਆ ਤਾਂ ਫਿਰ NCP ਨੈਸ਼ਨਲ ਕਾਂਗਰਸ ਪਾਰਟੀ ਔਰ ਕਾਂਗਰਸ ਔਰ ਸ਼ਿਵ ਸੈਨਾ ਨੇ ਮਿਲ ਕੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾ ਲਈ। ਲੇਕਿਨ ਮਹਾਰਾਸ਼ਟਰ ਦੇ ਵਿੱਚ ਉਸ ਸਮੇਂ ਸਿਆਸਤ ਨੇ ਕਰਵਟ ਲਈ ਜਦੋਂ ਕਿ BJP ਨੇ NCP ਕਾਂਗਰਸ ਔਰ ਸ਼ਿਵ ਸੈਨਾ ਦੇ ਗਠਬੰਧਨ ਨੂੰ ਤੋੜਨ ਵਾਸਤੇ ਸ਼ਿਵ ਸੈਨਾ ਦੇ ਵਿੱਚ ਹੀ ਸ਼ਿੰਦੇ ਸਾਹਿਬ ਨੂੰ ਆਪਣੇ ਨਾਲ ਮਿਲਾ ਲਿਆ ਔਰ ਸ਼ਿੰਦੇ ਗੁੱਟ ਜਿਹੜਾ ਹੈ ਨਾ ਸਿਰਫ ਸ਼ਿਵ ਸੈਨਾ ਨੂੰ ਉਹਨਾਂ ਨੇ ਤੋੜਿਆ, ਬਲਕਿ ਸ਼ਿੰਦੇ ਗਰੁੱਪ ਨੇ ਸ਼ਿਵ ਸੈਨਾ ਪਾਰਟੀ ਦੇ ਉੱਤੇ ਵੀ ਕਬਜ਼ਾ ਕਰ ਲਿਆ। ਇੱਥੇ ਅਸੀਂ ਜ਼ਿਕਰ ਕਰ ਦਈਏ ਕੁਝ ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੁਣ NCP ਦੇ ਵਿੱਚ ਵੀ ਬਣਦੇ ਨਜ਼ਰ ਆ ਰਹੇ ਨੇ। ਅਜੀਤ ਪਵਾਰ ਜਿਹੜੇ ਕਿ ਇਸ ਵੇਲੇ ਆਪਣੇ ਸਾਥੀਆਂ ਸਮੇਤ BJP ਨੂੰ ਸਮਰਥਨ ਦੇ ਰਹੇ ਨੇ ਔਰ ਸ਼ਿੰਦੇ ਗਰੁੱਪ ਜੋ ਕਿ ਸ਼ਿਵ ਸੈਨਾ ਦਾ ਉਹ ਗਰੁੱਪ ਹੈ ਜਿਹਨੇ ਕਿ BJP ਦੇ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ, ਸ਼ਿੰਦੇ ਗਰੁੱਪ ਨੂੰ ਸਮਰਥਨ ਦੇ ਰਹੇ ਨੇ। ਇਸ ਦਰਮਿਆਨ ਅਜੀਤ ਪਵਾਰ ਜਿਨ੍ਹਾਂ ਨੇ ਕਿ ਡਿਪਟੀ ਚੀਫ ਮਿਨਿਸਟਰ ਆਫ ਮਹਾਰਾਸ਼ਟਰ ਦੀ ਸਹੁੰ ਚੁੱਕੀ, ਸੋ ਡਿਪਟੀ ਚੀਫ ਮਿਨਿਸਟਰ ਬਣ ਗਏ ਨੇ। ਆਪਣੇ ਕੁਝ ਸਾਥੀਆਂ ਨੂੰ ਉਹਨਾਂ ਨੇ ਕੈਬਨਿਟ ਦੀਆਂ ਪੋਜੀਸ਼ਨਸ ਦਿਲਵਾ ਦਿੱਤੀਆਂ ਨੇ ਔਰ ਸਹੁੰ ਚੁੱਕ ਸਮਾਗਮ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ। ਦੂਸਰੀ ਤਰਫ ਅਸੀਂ ਦੱਸ ਦਈਏ ਕਿ ਕਿਆ ਹੁਣ ਪਾਰਟੀ ਬਚਾ ਸਕਣਗੇ ਸ਼ਰਦ ਪਵਾਰ? ਕਿਆ ਸ਼ਰਦ ਪਵਾਰ ਜੋ ਕਿ ਮਹਾਰਾਸ਼ਟਰ ਦੀ ਸਿਆਸਤ ਦੇ ਅੱਜ ਸਭ ਤੋਂ ਪੁਰਾਣੇ ਔਰ ਤਾਕਤਵਰ ਖਿਲਾੜੀ ਮੰਨੇ ਜਾਂਦੇ ਨੇ, ਕਿਆ ਉਹ ਵਾਪਸੀ ਕਰ ਸਕਣਗੇ? ਅਸੀਂ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਜੋ ਇਹ ਪਾਵਰ ਗੇਮ ਬਦਲੀ ਹੈ ਔਰ ਡਿਪਟੀ ਚੀਫ ਮਿਨਿਸਟਰ ਬਣੇ ਨੇ, ਉਸ ਤੋਂ ਬਾਅਦ ਅਜੀਤ ਪਵਾਰ ਉਹਨਾਂ ਨੇ ਕੀ ਕਿਹਾ, ਬਾਕੀ ਜਿਹੜੀਆਂ ਡਿਫਰੈਂਟ ਲੀਡਰਸ ਨੇ ਉਹਨਾਂ ਨੇ ਕੀ ਕੁਝ ਕਿਹਾ, ਉਹ ਸਾਰੀ ਡਿਟੇਲ ਜਿਹੜੀ ਆ ਅਸੀਂ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ। ਬਹੁਤ ਸਾਰੇ ਅਹਿਮ ਬਿਆਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਸੋ ਆਓ ਸੁਣਦੇ ਹਾਂ ਕਿ NCP ਲੀਡਰ ਅਜੀਤ ਪਵਾਰ ਨੇ ਕੀ ਕਿਹਾ ਮਹਾਰਾਸ਼ਟਰ ਦੀ ਪਾਵਰ ਗੇਮ ਨੂੰ ਬਦਲਣ ਤੋਂ ਬਾਅਦ। ਔਰ ਇੱਥੇ ਅਸੀਂ ਦੱਸ ਦਈਏ ਕਿ ਡਿਫਰੈਂਟ ਲੀਡਰਸ ਨੇ ਵੀ ਆਪਣੇ ਬਿਆਨ ਜਿਹੜੇ ਨੇ ਇਸ ਤੋਂ ਬਾਅਦ ਦਿੱਤੇ ਨੇ। BJP ਕੀ ਕਹਿ ਰਹੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕਾਂਗਰਸ ਪਾਰਟੀ ਕੀ ਕਹਿ ਰਹੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਵੱਖ-ਵੱਖ ਲੀਡਰਸ ਇਹਦੇ ਬਾਰੇ ਕੀ ਕਹਿ ਰਹੇ ਨੇ ਉਹ ਵੀ ਸ਼ੇਅਰ ਕਰਾਂਗੇ। BJP ਵੱਲੋਂ ਸ਼ਿੰਦੇ ਸਾਹਿਬ ਦਾ ਇਹ ਦਾਅਵਾ, ਜਾਂ ਇਸ ਤਰ੍ਹਾਂ ਕਹਿ ਲਓ ਕਿ ਸ਼ਿਵ ਸੈਨਾ ਵੱਲੋਂ ਸ਼ਿੰਦੇ ਸਾਹਿਬ ਦਾ ਇਹ ਦਾਅਵਾ ਕਿ ਸਾਡੀ ਜਿਹੜੀ ਸਰਕਾਰ ਆ ਬੜੀ ਹੁਣ ਵਧੀਆ ਚੱਲੇਗੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਸਾਹਿਬ ਦਾ ਬਿਆਨ ਪਹਿਲਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਈਏ ਕਿ ਉਹ ਇਸ ਮਾਮਲੇ ਦੇ ਉੱਤੇ ਕੀ ਕਹਿ ਰਹੇ ਨੇ। ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ। शुरुआत की बाळासाहेब ठाकरे करने के
विचार और भूमिका को लेकर आगे बढ़े। और अभी जब भी हमें केंद्र सरकार ने भी सपोर्ट किया, क्योंकि बीजेपी सबसे बड़ी पार्टी थी और नरेंद्र मोदी जी ने और गृह मंत्री अमित भाई ने हमें सपोर्ट किया, भारतीय जनता पार्टी के अध्यक्ष नड्डा जी ने सपोर्ट किया। अभी अजीत दादा ने भी कहा है कि विकास को हम साथ दे रहे हैं और नरेंद्र मोदी जी के नेतृत्व में विकास हो रहा है, तो उन्होंने विकास को साथ दिया है और हमने हमारी भूमिका हमने बदली नहीं है। हम जो विकास की भूमिका है उसे आगे लेके जाएंगे। एकनाथ शिंदे होਣਾ ਦਾ ਬਿਆਨ ਤੁਸੀਂ ਸੁਣ ਲਿਆ। ਮਹਾਰਾਸ਼ਟਰ ਦੇ ਚੀਫ ਮਿਨਿਸਟਰ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਹੁਣ ਮਹਾਰਾਸ਼ਟਰ ਦਾ ਵਿਕਾਸ ਜਿਹੜਾ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਹੋਏਗਾ ਔਰ ਡਬਲ ਇੰਜਨ ਨਹੀਂ ਬਲਕਿ ਟ੍ਰਿਪਲ ਇੰਜਨ ਦੀ ਸਰਕਾਰ ਇਹਨੂੰ ਦੱਸਿਆ ਜਾ ਰਿਹਾ। ਲੇਕਿਨ ਇਸ ਮਾਮਲੇ ਦੇ ਉੱਤੇ ਹੋਰ ਵੱਖ-ਵੱਖ ਲੀਡਰਸ ਦੇ ਵੀ ਬਿਆਨ ਜਿਹੜੇ ਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। हो रहा है और मध्य प्रदेश पहले प्रयोगशाला थी बीजेपी की, महाराष्ट्र उससे बड़ी प्रयोगशाला बन गई। आप देखना लोकसभा का चुनाव आते आते देखना कितनी नए तरह के प्रयोग भारतीय जनता पार्टी करेगी, क्योंकि उसे सत्ता से बाहर नहीं जाना है, सत्ता में बने रहना है। चाहे गरीब, किसान, वंचित, शोषित, पिछड़े, बहुजन कहीं उनको स्थान न मिले, लेकिन उन्हें स्थान सत्ता का मिलना चाहिए। मैंने आपसे कहा, देखिए यूसीसी के खिलाफ समाजवादी पार्टी है। ये तो बहुत पहले से मामला चल रहा था। जिस दिन शरद पवार जी ने पार्टी का कमान अपने बेटी सुप्रिया सुले जी को दिया, उसी दिन से अजीत पवार नाराज चल रहे थे। उसके पहले से भी अजीत पवार नाराज चल रहे थे, बहुत पहले से भी नाराज चल रहे थे। दोनों चाचा भतीजा में इंटरनली पट नहीं रहा था जी। और अब सबसे बड़ी बात तो ये है कि विपक्षी एकता कि जो शुरुआत इन लोगों ने किया था पटना में 23 जून को, और शरद पवार जी का बयान कल आया था कि अब शिमला में नहीं होकर के कर्नाटका में, कर्नाटका स्टेट में बैठक होगी। अब तो वो धाराशाही हो गया, खत्म हो गया, बना नहीं और उसके पहले मिट गया। अब शरद पवार जी बिल्कुल अकेले पड़ गए और मैं समझता हूँ कि बहुमत पार्टी का बहुमत विधायक अजीत पवार के साथ चला गया और ये होना था, बहुत पहले से होना था। और अब शिंदे गुट महाराष्ट्र में काफ़ी सबल गुट माना जाएगा, काफ़ी मजबूत गुट माना जाएगा और आगामी जब लोकसभा का चुनाव होगा या विधानसभा का चुनाव होगा तो शिंदे गुट की प्राथमिकता अधिक होगी। जो कुछ हो रहा है उस पर कभी कभी भरोसा भी नहीं होता है कि इस तरह कैसे हो सकता है। अब मैंने अजीत पवार को लेकर के एक बार पहले भी उन्होंने, मैंने सुबह में ही पहले सुबह मैंने सूरज नहीं निकला था उसके पहले उन्होंने शपथ ग्रहण कर लिया था, तो उनकी बात समझ में आ रही थी। लेकिन ये जो पटेल हैं, प्रफुल्ल पटेल, ਸਾਰੀ ਗੱਲਬਾਤ ਜਿਹੜੀ ਆ ਉਹ ਤੁਸੀਂ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਜਿੱਥੇ ਇਸ ਵੇਲੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਬੀਜੇਪੀ ਜਿਹੜੀ ਆ ਜੋ ਕੁਝ ਕਰ ਰਹੀ ਆ ਇਹਦੇ ਨਾਲ ਉਹਨਾਂ ਨੂੰ 2024 ਦੀਆਂ ਲੋਕ ਸਭਾ ਚੁਣਾਵ ਦੇ ਵਿੱਚ ਇਲੈਕਸ਼ਨ ਹੋਏਗਾ। ਲੇਕਿਨ ਬੀਜੇਪੀ ਦਾ ਇਹ ਦਾਅਵਾ ਹੈਗਾ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਬੀਜੇਪੀ ਦਾ ਕਹਿਣਾ ਹੈ ਕਿ ਚਾਚਾ ਭਤੀਜੇ ਦੀ ਲੜਾਈ ਹੈ। ਸ਼ਰਦ ਪਵਾਰ ਨੇ ਆਪਣੀ ਬੇਟੀ ਸੁਪ੍ਰਿਆ ਸੁਲੇ ਨੂੰ ਜਦੋਂ ਉੱਤਰਾਧਿਕਾਰੀ ਬਣਾਇਆ ਤੇ ਉਸ ਵੇਲੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨਾਰਾਜ਼ ਹੋ ਗਏ। ਸੋ ਇਹ ਚਾਚੇ ਭਤੀਜੇ ਦੀ ਜਾਂ ਪਰਿਵਾਰਿਕ ਲੜਾਈ ਹੈ। ਪਿਤਾ ਜਿਹੜਾ ਹੈ ਪੁੱਤਰੀ ਮੋਹ, ਆਪਣੀ ਬੇਟੀ ਦੇ ਮੋਹ ਦੇ ਵਿੱਚ ਉਹਨਾਂ ਨੂੰ ਗੱਦੀ ਦਿੱਤੀ ਹੈ ਔਰ ਜਿਹਦੇ ਕਾਰਨ ਕਿ ਭਤੀਜਾ ਨਾਰਾਜ਼ ਹੋਇਆ। ਬੀਜੇਪੀ ਦਾ ਦਾਅਵਾ ਕਿ ਉਹਨਾਂ ਦੇ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਇਹ ਤੇ ਬਹੁਤ ਦੇਰ ਤੋਂ ਇਹ ਸਾਰਾ ਕੁਝ ਹੋਣਾ ਹੀ ਸੀਗਾ। ਸੋ 2024 ਦੇ ਵਾਸਤੇ ਆਪੋਜੀਸ਼ਨ ਦਾ ਕਹਿਣਾ ਹੈਗਾ ਕਿ ਬੀਜੇਪੀ ਨੂੰ ਨੁਕਸਾਨ ਹੋਏਗਾ ਜੋ ਕੁਝ ਉਹ ਇਸ ਤਰ੍ਹਾਂ ਵੱਖ-ਵੱਖ ਸਟੇਟਸ ਦੇ ਵਿੱਚ ਉਹ ਕਰਦੀ ਹੈ। ਲੇਕਿਨ ਬੀਜੇਪੀ ਦਾ ਦਾਅਵਾ ਹੈ ਕਿ ਆਪੋਜੀਸ਼ਨ ਯੂਨਿਟੀ ਦੀ ਜੋ ਗੱਲ ਕੀਤੀ ਜਾ ਰਹੀ ਸੀ, ਜੋ ਪਟਨਾ ਦੀ ਮੀਟਿੰਗ ਤੋਂ ਬਾਅਦ ਇਕੱਠੇ ਹੋਣ ਦੀ ਆਪੋਜੀਸ਼ਨ ਯੂਨਿਟੀ ਦੀ ਗੱਲ ਕੀਤੀ ਜਾ ਰਹੀ ਸੀਗੀ, ਉਹ ਸਾਰੀ ਯੂਨਿਟੀ ਜਿਹੜੀ ਆ ਉਹ ਤਾਰਾਸ਼ਾਹੀ ਹੋ ਗਈ ਹੈ। ਇਸ ਵੇਲੇ ਕੋਈ ਆਪੋਜੀਸ਼ਨ ਦੇ ਵਿੱਚ ਜਿਹੜੀ ਯੂਨਿਟੀ ਹੈ ਉਹ ਨਹੀਂ ਨਜ਼ਰ ਆ ਰਹੀ। ਇਸ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਵੀ ਬਿਆਨ ਆ ਗਿਆ। ਆਮ ਆਦਮੀ ਪਾਰਟੀ ਵੱਲੋਂ ਆਤਿਸ਼ੀ ਜੋ ਕਿ ਹਾਲ ਹੀ ਦੇ ਵਿੱਚ ਕੈਬਨਿਟ ਮੰਤਰੀ ਬਣੇ ਨੇ, ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਆਪਣਾ ਤਾਜ਼ਾ ਬਿਆਨ ਦਿੱਤਾ ਹੈਗਾ। ਇਸ ਮਾਮਲੇ ਦੇ ਉੱਤੇ ਸ਼ਰਦ ਪਵਾਰ ਜੋ ਮੇਨ ਲੀਡਰ ਨੇ, ਉਹਨਾਂ ਨੇ ਵੀ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕੀਤੀ ਔਰ ਸ਼ਰਦ ਪਵਾਰ ਨੇ ਵੀ ਆਪਣੇ ਪੱਖ ਰੱਖੇ ਨੇ। ਵੱਖ-ਵੱਖ ਲੀਡਰ ਜਿਹੜੇ ਨੇ ਇਸ ਮਾਮਲੇ ਦੇ ਉੱਤੇ ਆਪਣੇ ਪੱਖ ਜਿਹੜੇ ਆ ਉਹ ਰੱਖ ਰਹੇ ਨੇ। और सुनते हैं इस मामले 'ਚ शरद पवार की कह रहे हैं, बाकी ਜਿਹੜੇ सीनियर लीडर्स ने वो की कह रहे हैं। आम आदमी पार्टी का बयान ਜਿਹੜਾ ਉਹ ਵੀ ਅਸੀਂ ਤੁਹਾਡੇ ਨਾਲ इस मामले ਦੇ ਉੱਤੇ ਸਾਂਝਾ कर रहे हैं। हमारे साथियों के खिलाफ ऐसे एक्शन की मांग जिन्होंने की, आज उन्होंने
ये सब साथियों को साथ लेकर मिनिस्ट्री में वर्ष देकर पावन किया, इसकी खुशी मुझे है। ये खुशी की बात है कि महाराष्ट्र के अंदर भारतीय जनता पार्टी जो और शिवसेना गठबंधन की सरकार थी, उसमें एनसीपी के दृष्टि से आज अजीत पवार जी अपने साथ बड़ी संख्या में विधायकों को लेकर के आए हैं। उनका भाजपा परिवार में स्वागत है। और 2024 का ये संदेश भी है कि 2024 जो हम लोग मानते थे कि हम लोग उत्तर प्रदेश में 80 की 80 सीटें जीतेंगे, अब मैं ये कह सकता हूँ कि महाराष्ट्र दूसरा सबसे अधिक सांसद देने वाला राज्य है और वहाँ हम 48 की 48 लोकसभा सीटें जीत सकते हैं। और इस प्रकार से देश में 2014-2019 से बहुत बड़ी विजय लोकसभा के चुनाव में माननीय प्रधानमंत्री श्री नरेंद्र मोदी जी को तीसरी बार देश का प्रधानमंत्री बनाने के लिए समर्थन दिखता एकदम स्पष्ट दिखाई दे रहा है। और मैं निश्चित तौर से आज जो फैसला श्री अजीत पवार जी ने, श्री छगन भुजबल जी ने और तमाम उनके जो साथियों ने लिया है और सरकार का हिस्सा बने, उनका सबका स्वागत है, बधाई है। मैं बधाई देता हूँ एकनाथ शिंदे जी को, बधाई देता हूँ देवेंद्र फडणवीस जी को, बधाई देता हूँ अजीत पवार जी को और महाराष्ट्र की जनता जनार्दन। लोग जहाँ जहाँ भी अपने बेटा बेटी को बढ़ाने के चक्कर में रहेंगे, इसी तरह टूटेगी पार्टी। याद कीजिए जनता दल, याद कीजिए शिवसेना, याद कीजिए आज एनसीपी। जहाँ सिर्फ मेरा बेटा होगा वहीं ये पार्टियां टूटती है, मेरी बेटी होगी, इसी के लिए ये सारी पार्टियां टूटती हैं। आप उसको बड़ा दड़ा कह रहे हैं, मैं तो कह रहा हूँ पूरी पार्टी है। इक्का दुक्का कोई विदेश में होगा या नहीं आ पाएगा, पूरी की पूरी पार्टी आज वो है सरकार के साथ जुड़ गई। एक बार अभी मैं अजीत पवार साहब का प्रेस कॉन्फ्रेंस सुना था, उन्होंने कहा कि मोदी जी की जो डेवलपमेंट की नीतियाँ हैं, जो सरकार को आगे लेकर जा रही हैं, जो देश को आगे लेकर जा रही हैं, वो डबल इंजन की सरकार के साथ काम करना चाहते हैं और चाहते हैं कि महाराष्ट्र की डेवलपमेंट हो, और इसलिए वह महाराष्ट्र सरकार के साथ जुड़ रहे हैं। मोदी जी की नीतियों को मद्देनज़र आज देश में लगभग हर पार्टी मोदी जी के साथ चलना चाहती है, हर राजनेता मोदी जी के साथ चलना चाहता है, क्योंकि उनको पता है कि अगर देश को अगले 25 साल में नंबर 1 बनना है तो वह मोदी के नेतृत्व में ही बनेगा। ये तो हमने देखा ही है कि ये भारतीय जनता पार्टी का लोकतंत्र पे हमला करने का एक तरीका है। भारतीय जनता पार्टी जहां चुनाव नहीं जीतती है वहां पे विधायकों को खरीदने बेचने का प्रयास करती है और वैसे सरकार बनाती है। अगर विधायकों को खरीद नहीं पाए ऑपरेशन लोटस के तहत तो उनके पीछे सीबीआई छोड़ देती है, ईडी छोड़ देती है। यहाँ पर भी हमने देखा है कि किस तरह से महाराष्ट्र के अलग अलग नेताओं के पीछे कभी सीबीआई छोड़ी, कभी ईडी छोड़ी। तो जिसने पहले भ्रष्टाचार किया हुआ है, जिसके ऊपर अलग अलग केस हैं, वो तो सीबीआई और ईडी से डरते ही हैं। और ऐसे लोग लगातार भारतीय जनता पार्टी में जाते हैं, भारतीय जनता पार्टी की वॉशिंग मशीन में धुलते हैं, और आप देखेंगे कि जिन सब लोगों को सीबीआई ईडी के बुलावे आ रहे थे, इन सब में से जैसे ही उन्होंने भारतीय जनता पार्टी ज्वाइन की है वो सब खत्म हो जाएगा। पूरे देश में भारतीय जनता पार्टी सिर्फ तोड़ फोड़ करती है। भारतीय जनता पार्टी सिर्फ ईडी सीबीआई को छोड़ के अलग अलग लोग जिनको पहले जिन पे वो करप्शन के आरोप लगाती है, उनको समन करती है, उन पर केस करती है, फिर अपनी पार्टी में लेकर अपनी वॉशिंग मशीन से धो के पाक साफ कर देती है। अब देखिएगा, अब अजीत पवार भी पाक साफ हो जाएंगे, सारे एनसीपी के नेता पाक साफ हो जाएंगे। तो ये तो भारतीय जनता पार्टी का तौर तरीका है। हेमंत बिस्व शर्मा को आपने देखा ही है, शुभेंदु अधिकारी का किस्सा हमने देखा ही है। तो उसी किस्से में आज एनसीपी और अजीत पवार भी शामिल हो गए। ਤੁਸੀਂ ਸੁਣ ਰਹੇ ਹੈਗੇ ਹੋ ਕਿ ਸਾਰੇ ਵੱਖ-ਵੱਖ ਲੀਡਰਸ ਦੇ ਬਿਆਨ ਆਮ ਆਦਮੀ ਪਾਰਟੀ ਵੱਲੋਂ ਆਤਿਸ਼ੀ ਵੀ ਆਪਣੇ ਬਿਆਨ ਦੇ ਰਹੇ ਸੀ।